खिया बनारस के ठग, ऐसे संत नामों को पावे, डाला स्यों पेड़ा गटकावे। रहाओ बासन माज चरावह ऊपर, काठी धोए जलावे। बसदा खोद करे दोए चूल्हे, सारे मानस खावे। ओए पापी सदा फिरें अपराधी, मुखों अपरस कहावे। सदा सदा फिरें अभिमानी, सगल कुटुंब डुबावे है। जित को लाया तित ही लागा, तैसे कर्म कमावे। कहो कबीर जिस सतगुर भेटै, पुनरप जन्म ना आवे। जित को लाया तित ही लागा, तैसे कर्म कमावे। कहो कबीर जिस सतगुर भेटै, पुनरप जन्म ना आवे। वाहिगुरु जी का खालसा, वाहिगुरु जी की फतेह। परम सन्मान योग गुरु रूप गुरु प्यारी साध संगत जी, धन गुरु ग्रंथ साहिब पातशाह जी दा कोटान कोट धन्यवाद शुकराना है, जिन्हां दी अपार बख्शिश सदका सत संगत अंदर जुड़ बैठ के पही परापत मानुख दे हुरिया, गोबिंद मिलन की एह तेरी बरिया। सतगुरां दे बख्शे होए पावन उपदेश नूं ਆਪਾਂ ਸਾਰੇ ਕਮਾਉਣ ਦਾ ਯਤਨ ਕਰ ਰਹੇ ਹਾਂ। ਸਤਿਗੁਰਾਂ ਦੇ ਕੀਰਤਨੀਆਂ ਪਾਸੋਂ ਇਹ ਅਰਦਾਸ ਆਪ ਸਾਰੇ ਸਰਵਣ ਕਰ ਰਹੇ ਸੀ ਕਿ ਮਾਲਕ ਜੀ ਨੇ ਆਪਣੇ ਦੋਵੇਂ ਹੱਥ ਜੋੜ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ। ਖਿਆਲ ਕਰਨਾ, ਸ਼ਬਦ ਬਹੁਤ ਪਿਆਰਾ ਸੀ। ਅਖੀਰ ਦੇ ਵਿੱਚ ਬਚਨ ਸੁਣ ਵੀ ਦਾਤਾ ਜੀ, ਦੋਏ ਕਰ ਜੋੜ ਮੰਗੋ ਇੱਕ ਦਾਨਾ। ਹਰ ਇੱਕ ਬੰਦਾ ਭਿਖਾਰੀ ਹੈ। ਆਪਣੇ ਆਪ ਨੂੰ ਜਦੋਂ ਅਸੀਂ ਬਾਣੀ ਦੇ ਵਿੱਚ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਵੀ ਭਾਵੇਂ ਕਿਸੇ ਕੋਲ ਲੱਖ ਨੇ ਤੇ ਭਾਵੇਂ ਕਿਸੇ ਕੋਲ ਕੱਖ ਹੈ, ਪਰ ਹੈ ਹਰ ਇੱਕ ਬੰਦਾ ਗੁਰਮੁਖ ਪਿਆਰਿਓ ਭਿਖਾਰੀ। ਜਦੋਂ ਆਪਾਂ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ, ਦਾਤਾ ਜੀ ਕਹਿੰਦੇ ਨੇ ਵੀ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਹੁਣ ਇਸ ਸ਼ਲੋਕ ਦੇ ਵਿੱਚ ਸਾਰੀ ਗੱਲ ਸਪਸ਼ਟ ਹੋ ਗਈ। ਸਤਿਗੁਰੂ ਕਹਿਣ ਲੱਗੇ ਵੀ ਸਾਰੇ ਦਾ ਸਾਰਾ ਜਗਤ ਭਿਖਾਰੀ ਹੈ। ਪਰ ਖਿਆਲ ਕਰਨਾ, ਗੁਰੂ ਦੇ ਪਾਸੋਂ ਅਸੀਂ ਸਾਰਾ ਕੁਝ ਮੰਗਦੇ ਹਾਂ, ਪਰ ਆਪ ਜੀ ਵਰਗੇ ਭਾਗਾਂ ਵਾਲੇ ਹੁੰਦੇ ਨੇ ਜਿਹੜੇ ਕਿ ਅਰਦਾਸ ਕਰਕੇ ਦੋਵੇਂ ਹੱਥ ਜੋੜ ਕੇ ਦਾਤੇ ਨੂੰ ਕਹਿੰਦੇ ਨੇ ਵੀ ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਪ੍ਰਾਪਤ ਕਦੋਂ ਹੋਏਗਾ? ਵੇਖੋ, ਦਾਤ ਆਪਾਂ ਜੇ ਕਹੀਏ ਵੀ ਜ਼ੋਰ ਨਾਲ ਲੈ ਲਾਂਗੇ ਤੇ ਗੁਰੂ ਪਾਸੋਂ ਜ਼ੋਰ ਨਾਲ ਤੇ ਨਾ ਲੈ ਸਕਦੇ। ਆਪਾਂ ਸੁਖਮਨੀ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ ਵੀ ਕਿਤੇ ਖਿਆਲ ਕਰ, ਰੱਬ ਦੀ ਤਾਕਤ ਤੋਂ ਡਰਿਆ ਕਰ। ਬੰਦਾ ਵੈਸੇ ਡਰਦਾ ਨਹੀਂ, ਪਰ ਜੇ ਇਹਦੇ ਮਨ ਵਿੱਚ ਵਿਚਾਰ ਆ ਜਾਏ ਵੀ ਰੱਬ ਦੀ ਤਾਕਤ ਤੋਂ ਡਰ, ਏਕ ਭੀ ਨਾ ਦੇ 10 ਭੀ ਹਿਰਲੇ। ਇਹ ਸਪਸ਼ਟ ਬਚਨ ਨੇ, ਸਤਿਗੁਰਾਂ ਨੇ ਕਹਿ ਦਿੱਤੇ ਵੀ ਖਿਆਲ ਕਰ, ਉਹ ਤੈਨੂੰ ਲੱਖਾਂ ਤੋਂ ਕੱਖ ਦੇ ਵਿੱਚ ਪਾ ਦੇਗਾ ਤੇ ਤੂੰ ਕੁਝ ਕਰ ਲਏਗਾ। ਆ ਬਾਬਾ ਕਬੀਰ ਸਾਹਿਬ ਦਾ ਕਦੇ ਤੁਸੀਂ ਸ਼ਬਦ ਪੜ੍ਹ ਕੇ ਵੇਖਣਾ, ਕਹਿਣ ਲੱਗੇ ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ।
ਕਹਿਣ ਲੱਗੇ ਇਹੋ ਜਿਹਾ ਵੀ ਹੋ ਜਾਂਦਾ ਵੀ ਹਸ ਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਊਜਰ, ਊਜਰ ਹੋਏ ਸੋ ਬਸੈ। ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਤੇ ਚੜੇ ਆਕਾਸ਼ ਗਿਰਾਵੇ। ਫਿਰ ਆਪਾਂ ਕੁਝ ਕਰ ਸਕਦੇ ਹਾਂ? ਖੈਰ, ਉਹਦੇ ਦਾਤਾ ਦੇ ਚਰਨਾਂ ਵਿੱਚ ਅਰਦਾਸ ਸਾਡਾ ਹੱਕ ਹੈ, ਬੇਨਤੀ ਸਾਡਾ ਹੱਕ ਬਣਦਾ ਹੈ, ਅਰਦਾਸ ਸਾਡਾ ਹੱਕ ਬਣਦਾ ਹੈ, ਜ਼ੋਰ ਨਾਲ ਨਹੀਂ ਕੁਝ ਲਿਆ ਜਾਂਦਾ। ਇਸੇ ਕਰਕੇ ਮਾਲਕ ਨੇ ਬਚਨ ਕੀਤੇ, ਦਾਤਾ ਜੀ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਵੀ ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾਂ। ਉਹ ਦਾਨ ਕੀ ਹੈ ਵੀ ਸਾਸ ਸਾਸ ਨਾਨਕ ਆਰਾਧੇ, ਆਠ ਪਹਿਰ ਗੁਣ ਗਾਵਾਂ। ਦਾਤਾ ਜੀ ਮੈਂ ਸਵਾਸ ਸਵਾਸ ਤੇਰੀ ਆਰਾਧਨਾ ਕਰਾਂ। ਖੈਰ ਆਓ ਮਨਾਂ ਬਿਰਤੀਆਂ ਨੂੰ ਇਕਾਗਰ ਕਰਿਓ। ਕੱਲ ਇਸ ਪਾਵਨ ਸ਼ਬਦ ਨੂੰ ਆਪਾਂ ਥੋੜਾ ਜਿਹਾ ਵਿਚਾਰਿਆ ਸੀ। ਇਹ ਆਸਾ ਰਾਗ ਦਾ ਸ਼ਬਦ ਹੈ। ਬਾਬਾ ਕਬੀਰ ਸਾਹਿਬ ਜੀ ਸ਼੍ਰੋਮਣੀ ਭਗਤ ਜਿਨ੍ਹਾਂ ਨੂੰ ਆਪਾਂ ਕਵਾਂਗੇ ਵੀ ਭਗਤਾਂ ਦੀ ਲੜੀ ਦੇ ਵਿੱਚ ਬਾਬਾ ਕਬੀਰ ਸਾਹਿਬ ਸਭ ਤੋਂ ਉੱਤੇ ਨੇ। ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਦੇ ਆ ਨਾ, ਤੁਸੀਂ ਸਿਆਣੇ ਸੱਜਣ ਬੈਠੇ ਹੋ, ਤੇ ਸਭ ਤੋਂ ਪਹਿਲਾਂ ਜਦੋਂ ਰਾਗ ਸ਼ੁਰੂ ਹੁੰਦਾ ਹੈ ਉਦੋਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਆਉਂਦੀ, ਆਦਿ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ। ਉਹ ਤੋਂ ਬਾਅਦ ਫਿਰ ਹੋਰ ਗੁਰੂਆਂ ਦੀ ਬਾਣੀ ਆਉਂਦੀ ਹੈ। ਇਸੇ ਤਰ੍ਹਾਂ ਕਰਕੇ ਜਦੋਂ ਕਿਸੇ ਰਾਗ ਵਿੱਚ ਭਗਤਾਂ ਦੀ ਬਾਣੀ ਨੇ ਆਉਣਾ ਹੈ, ਇਹ ਤੁਹਾਨੂੰ ਵੈਸੇ ਪਤਾ ਹੋਣਾ ਹੈ ਸਾਰਿਆਂ ਨੂੰ ਵੀ ਪਹਿਲਾਂ ਬਾਬਾ ਕਬੀਰ ਸਾਹਿਬ ਦੀ ਬਾਣੀ ਨੇ ਆਉਣਾ ਹੈ, ਸ੍ਰੇਸ਼ਟ ਨੇ। ਇਸ ਸ਼ਬਦ ਵਿੱਚ ਕੱਲ ਮੈਂ ਬੇਨਤੀ ਕੀਤੀ ਸੀ, ਥੋੜਾ ਜਿਹਾ ਵਿਚਾਰਿਆ ਸੀ ਇਹਨੂੰ। ਇਹਦਾ ਰਹਾਉ ਦਾ ਪਤਾ ਹੈ ਵੀ ਐਸੇ ਸੰਤ ਨਾ ਮੋਹ ਕੋ ਭਾਵੇਂ, ਡਾਲਾ ਸਿਉ ਪੇਡਾ ਗਟਕਾਵੇਂ, ਰਹਾਉ ਦਾ ਪਤਾ ਹੈ। ਇਹਨੂੰ ਥੋੜਾ ਜਿਹਾ ਧਿਆਨ ਵਿੱਚ ਰੱਖਿਓ। ਆਓ ਸ਼ਬਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕੱਲ ਵੀ ਮੈਂ ਬੇਨਤੀ ਕੀਤੀ ਵੀ ਜੇ ਮੈਂ ਇਹ ਕਹਿ ਦਿਆਂ ਵੀ ਸੰਤ ਕੋਈ ਨਹੀਂ ਸੰਸਾਰ ਵਿੱਚ ਤੇ ਗੱਲ ਮਾੜੀ ਹੈ, ਖਿਮਾ ਮੈਨੂੰ ਕਰਿਓ। ਵੇਖੋ ਆਸਰਾ ਬਾਣੀ ਦਾ, ਨਾ ਬਚਨ ਮੇਰੇ ਨੇ ਤੇ ਨਾ ਤੁਹਾਡੇ ਨੇ, ਆਪਾਂ ਤੇ ਬਾਣੀ ਦੇ ਬਚਨ ਵਿਚਾਰਨੇ ਨੇ ਨਾ। ਤੁਸੀਂ ਸੇਵਾ ਦਿੱਤੀ ਹੈ, ਇਹਨਾਂ ਨੂੰ ਵਿਚਾਰਨਾ ਹੈ। ਬਾਣੀ ਦੇ ਵਿੱਚ ਦੋਵੇਂ ਪੱਖ ਨੇ। ਕੱਲ ਵੀ ਮੈਂ ਉਹਦੀ ਵਿਚਾਰ ਤੁਹਾਡੇ ਨਾਲ ਥੋੜੀ ਜੀ ਚਰਚਾ ਕੀਤੀ ਸੀ, ਅੱਜ ਵੀ ਕਰਨੀ ਚਾਹਾਂਗਾ, ਕਿਉਂਕਿ ਸ਼ਬਦ ਉਹ ਹੈ ਨਾ। ਤੇ ਬਾਬਾ ਜੀ ਨੇ ਬਚਨ ਕੇ ਵੀ ਇਹੋ ਜਿਹੇ ਸੰਤ ਮੈਨੂੰ ਨਹੀਂ ਚਾਹੀਦੇ। ਤੇ ਬਾਬਾ ਕਬੀਰ ਸਾਹਿਬ ਦੀ ਅੰਮ੍ਰਿਤ ਬਾਣੀ ਜਿਹੜੀ ਹੈ ਨਾ, ਉਹਦੇ ਵਿੱਚ ਖੁੱਲੀਆਂ ਸੱਟਾਂ ਮਾਰੀਆਂ। ਜਦੋਂ ਆਪਾਂ ਪੜ੍ਹਦੇ ਹਾਂ ਨਾ ਤੇ ਇੰਜ ਜਾਪਦਾ ਵੀ ਬਾਬਾ ਕਬੀਰ ਸਾਹਿਬ ਜੀ ਨੇ ਪਖੰਡੀਆਂ ਨੂੰ ਤਾਂ ਖੋਲ ਖੋਲ ਕੇ ਖਰੀਆਂ ਖਰੀਆਂ ਸੁਣਾਈਆਂ ਨੇ। ਆਪ ਜੀ ਵੇਖ ਲਓ, ਜਦੋਂ ਇਤਿਹਾਸ ਵਿੱਚ ਪੜ੍ਹੀਦਾ ਵੀ ਬਾਬਾ ਕਬੀਰ ਸਾਹਿਬ ਜੀ, ਆਪ ਜੀ ਦੀ ਆਰਬਲਾ, ਆਪ ਜੀ ਦੀ ਉਮਰ ਬਨਾਰਸ ਵਿੱਚ ਬਤੀਤ ਹੁੰਦੀ ਹੈ, ਪਰ ਮਗਰ ਵਿੱਚ ਆ ਕੇ ਸਵਾਸ ਤਿਆਗਦੇ ਨੇ। ਇਹਦੇ ਪਿੱਛੇ ਵੀ ਕਾਰਨ ਸੀ। ਤੁਸੀਂ ਸਾਰੇ ਬੈਠੇ ਹੋ ਸਿਆਣੇ, ਉਹਨਾਂ ਨੂੰ ਪਤਾ ਹੀ ਹੈ ਵੀ ਕਾਰਨ ਇਹ ਸੀ। ਉਹ ਕਹਿੰਦੇ ਸਨ ਵੀ ਜਿਹੜਾ ਬਨਾਰਸ ਦੇ ਵਿੱਚ ਮਰੇਗਾ ਸ਼ਿਵਪੁਰੀ ਨੂੰ ਜਾਏਗਾ, ਉਹਨੂੰ ਜਿਹੜਾ ਹੈ ਉਹ ਸਵਰਗ ਮਿਲ ਜਾਏਗਾ, ਤੇ ਜਿਹੜਾ ਮਗਰ ਵਿੱਚ ਮਰੇਗਾ ਖੋਤੇ ਦੀ ਜੂਨ ਦੇ ਵਿੱਚ ਪੈ ਜਾਏਗਾ। ਬਾਬਾ ਕਬੀਰ ਸਾਹਿਬ ਨੇ ਕਿਹਾ ਹੀ ਨਹੀਂ, ਆਪਣੇ ਜੀਵਨ ਵਿੱਚ ਕਰਕੇ ਵਿਖਾਇਆ। ਵੇਖੋ ਸਾਡੇ ਵਿੱਚ, ਮਾਫੀ ਦਿਓ ਮੇਰੇ ਵਿੱਚ, ਵੀ ਮੇਰੇ ਵਿੱਚ ਕਮੀ ਕੀ ਹੈ? ਕਮੀ ਇਹ ਹੈ ਜੋ ਮੈਂ ਕਹਿਣਾ ਉਹ ਮੈਂ ਕਮਾਉਂਦਾ ਨਹੀਂ। ਕਾਰਨ ਤਾਂ ਇਹ ਹੋਈ ਹੈ ਨਾ, ਭਗਤਾਂ ਨੇ ਅੰਮ੍ਰਿਤ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਜਿਨ੍ਹਾਂ ਦੀ ਬਾਣੀ ਹੈ, ਉਹਨਾਂ ਨੇ ਪਹਿਲਾਂ ਕਮਾਇਆ ਤੇ ਬਾਅਦ ਦੇ ਵਿੱਚ ਕਿਹਾ। ਬਸ ਫਰਕ ਇੰਨਾ ਹੀ ਹੈ। ਮੈਂ ਇਤਿਹਾਸ ਵਿੱਚ ਇੱਕ ਗੱਲ ਪੜ੍ਹਦਾ ਸੀ, ਥੋੜੀ ਜਿਹੀ ਬੇਨਤੀ ਕਰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਜੀ, ਮੇਰੇ ਮਾਲਕ ਜੀ ਦੇ ਚਰਨਾਂ ਵਿੱਚ ਇੱਕ ਦਿਨ ਨਾ ਇਹਨਾਂ ਦੇ ਖਾਣੀ ਦੀ ਕੋਈ ਮਾਂ ਆਈ, ਕਹਿਣ ਲੱਗੀ ਸਤਿਗੁਰੂ ਜੀ ਆ ਮੇਰਾ ਬੱਚਾ ਗੁੜ ਬਹੁਤ ਖਾਂਦਾ ਹੈ। ਤੁਸੀਂ ਸੁਣੀ ਹੋਣੀ ਹੈ ਸਾਖੀ। ਕਹਿਣ ਲੱਗੇ ਗੁੜ ਬਹੁਤ ਖਾਂਦਾ ਹੈ, ਇਹਨੂੰ ਮਨਾ ਕਰੋ, ਇਹਨੂੰ ਇਨਕਾਰ ਕਰੋ ਵੀ ਗੁੜ ਨਾ ਖਾਇਆ ਕਰੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ, ਚੁੱਪ ਹੋ ਗਏ। ਕਹਿਣ ਲੱਗੇ ਮਾਤਾ ਜੀ ਇੰਜ ਕਰਿਓ ਵੀ 10-15 ਦਿਨ ਬਾਅਦ ਆਇਓ। ਤੇ 10-15 ਦਿਨ ਬਾਅਦ ਮਾਤਾ ਜੀ ਫਿਰ ਬੱਚੇ ਨੂੰ ਲੈ ਕੇ ਪਹੁੰਚ ਗਏ। ਕਹਿਣ ਲੱਗੇ ਸਤਿਗੁਰੂ ਤੁਹਾਡੇ ਚਰਨਾਂ ਵਿੱਚ ਬੇਨਤੀ। ਕਹਿਣ ਲੱਗੇ ਕੀ? ਕਹਿਣ ਲੱਗੇ ਵੀ ਇਹ ਗੁੜ ਬਹੁਤ ਖਾਂਦਾ, ਇਹਨੂੰ ਮਨਾ ਕਰੋ, ਤੁਹਾਡਾ ਆਖਿਆ ਇਹ ਸੁਣ ਲਏਗਾ, ਇਹ ਗੁੜ ਨਾ ਖਾਇਆ ਕਰੇ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ। ਕਹਿਣ ਲੱਗੇ ਮਿੱਤਰਾ ਗੱਲ ਮੰਨ ਲੈ ਮਾਂ ਦੀ, ਗੁੜ ਨਹੀਂ ਖਾਣਾ ਚਾਹੀਦਾ। ਹੁਣ ਮਾਂ ਨੇ ਪੁੱਛ ਲਿਆ, ਕਹਿਣ ਲੱਗੇ ਵੀ ਸਤਿਗੁਰੂ ਇੱਕ ਗੱਲ ਹੋਰ ਦੱਸੋ ਵੀ ਜਦੋਂ ਮੈਂ 10-12 ਦਿਨ ਪਹਿਲਾਂ ਆਈ ਸੀ ਉਦੋਂ ਕਿਉਂ ਨਹੀਂ ਕਿਹਾ? ਕਹਿਣ ਲੱਗੇ ਉਦੋਂ ਮੈਂ ਵੀ ਖਾਂਦਾ ਸੀ। ਬਸ ਗੱਲ ਤਾਂ ਇਹ ਹੈ ਨਾ। ਕਹਿਣ ਲੱਗੇ ਉਦੋਂ ਮੈਂ ਵੀ ਖਾਂਦਾ ਸੀ, ਹੁਣ ਮੈਂ ਵੀ ਛੱਡ ਦਿੱਤਾ, ਤੇ ਜਦੋਂ ਮੈਂ ਛੱਡਿਆ ਤਾਂ ਹੀ ਤੇ ਮੈਂ ਕਹਿਣ ਜੋਗਾ ਹੋਇਆ। ਤੇ ਜੇ ਮੈਂ ਖਾਣਾ ਤੇ ਮੈਂ ਦੂਸਰੇ ਨੂੰ ਕਵਾਂ ਤੇ ਉਸ ਗੱਲ ਦਾ ਸ਼ਾਇਦ ਪ੍ਰਭਾਵ ਨਾ ਪਵੇ।
ਬਾਬਾ ਕਬੀਰ ਸਾਹਿਬ ਨੇ ਜਦੋਂ ਬਚਨ ਅੰਮ੍ਰਿਤ ਬਾਣੀ ਵਿੱਚ ਕਹੇ, ਕਹਿਣ ਲੱਗੇ ਮਨੋ ਖਟੋਰ ਕਠੋਰ ਮਨੈ ਮਰੈ ਬਾਨਾਰਸ ਨਰਕ ਨਾ ਬਾਂਚਿਆ ਜਾਈ। ਫਿਰ ਕਹਿਣ ਲੱਗੇ ਹਰ ਕਾ ਸੰਤ ਮਰੈ ਹਾਡੰਬੈ ਤਾਂ ਸਗਲੀ ਸੈਨ ਤਰਾਈ। ਕਹਿਣ ਲੱਗੇ ਵਾਹਿਗੁਰੂ ਦਾ ਪਿਆਰਾ ਨਾ ਕਿਤੇ ਹਡੰਬੇ ਦੇ ਵਿੱਚ ਮਰ ਜਾਏ, ਕਹਿਣ ਲੱਗੇ ਉਹ ਆਪ ਨਹੀਂ, ਉਹ ਕੁਲਾਂ ਨੂੰ ਤਾਰ ਲੈਂਦਾ ਹੈ। ਤੇ ਆਪ ਉਹਨਾਂ ਨੇ ਪਹਿਲਾਂ ਆਪਣੇ ਜੀਵਨ ਵਿੱਚ ਕਮਾ ਕੇ ਤੇ ਤਾਂ ਇਹ ਗੱਲ ਕਹੀ। ਆ ਦੋ ਪੱਖ ਨੇ ਵੀ ਐਸੇ ਸੰਤ ਨਾ ਮੋਹ ਕੋ ਪਾਵੇਂ। ਬਾਬਾ ਕਬੀਰ ਸਾਹਿਬ ਦੀ ਬਾਣੀ ਦੇ ਵਿੱਚੋਂ ਕਵਾਂ, ਇੱਕ ਤੇ ਆਹ ਸ਼ਬਦ ਤੁਸੀਂ ਆਪਣੇ ਸਮਕਸ਼ ਰੱਖ ਲਵੋ। ਦੂਸਰਾ ਸ਼ਬਦ ਬਾਬਾ ਕਬੀਰ ਸਾਹਿਬ ਨੇ ਇੱਕ ਗੱਲ ਕਹੀ, ਇੱਥੇ ਕਹਿ ਰਹੇ ਨੇ ਵੀ ਐਸੇ ਸੰਤ ਨਾ ਮੋਹ ਕੋ ਪਾਵੇਂ, ਤੇ ਦੂਸਰੇ ਸ਼ਬਦ ਵਿੱਚ ਉਹ ਕਹਿ ਰਹੇ ਨੇ, ਕਹਿਣ ਲੱਗੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਫਿਰ ਵਿੱਚ ਤੇ ਗੱਲ ਕੋਈ ਹੋਣੀ ਹੈ ਨਾ ਵੀ ਇੱਕ ਪਾਸੇ ਬਾਬਾ ਕਬੀਰ ਸਾਹਿਬ ਜੀ ਆਪ ਕਹਿ ਰਹੇ ਹੋ ਵੀ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ, ਤੇ ਆਪ ਹੀ ਆਪਣੀ ਰਸਨਾ ਤੋਂ ਤੁਸੀਂ ਇਹ ਕਹਿ ਰਹੇ ਹੋ ਕਿ ਐਸੇ ਸੰਤ ਨਾ ਮੋਹ ਕੋ ਪਾਵੇਂ। ਵਿਚਲੀ ਗੱਲ ਤਾਂ ਦੱਸ ਦਿਓ ਵੀ ਰਾਜ ਤਾਂ ਦੱਸ ਦਿਓ, ਇਹਦਾ ਕੋਈ ਨਾ ਕੋਈ ਰਾਜ ਤਾਂ ਹੋਣਾ ਹੈ। ਆ ਦੂਸਰੀ ਉਦਾਹਰਨ ਫਿਰ ਤੁਹਾਡੇ ਚਰਨਾਂ ਵਿੱਚ ਰੱਖਦਾ ਹੈ ਬਾਬਾ ਕਬੀਰ ਸਾਹਿਬ ਦੀ ਬਾਣੀ ਦੀ। ਇੱਕ ਪਾਸੇ ਕਹਿੰਦੇ ਨੇ ਵੀ ਕਿਆ ਪੜੀਐ ਕਿਆ ਗੁਣੀਐ ਕਿਆ ਵੇਦ ਪੁਰਾਣਾ ਸੁਣੀਐ, ਪੜੇ ਸੁਨੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਫਿਰ ਤੁਸੀਂ ਪੜਿਓ 52 ਅੱਖਰੀ ਨੂੰ। ਹੁਣ ਇਹ ਬਚਨ ਜਦੋਂ ਪੜਾਂਗੇ ਤੇ ਇਹਨਾਂ ਤੋਂ ਸ਼ਾਇਦ ਇਹ ਸਪਸ਼ਟ ਹੋਏਗਾ ਵੀ ਕੀ ਲੋੜ ਹੈ ਗ੍ਰੰਥਾਂ ਨੂੰ ਪੜਨ ਦੀ, ਕੀ ਕਰਾਂਗੇ ਪੜ ਕੇ। ਪਰ ਜਦੋਂ ਦੂਸਰੇ ਪਾਸੇ ਤੁਸੀਂ ਬਾਬਾ ਕਬੀਰ ਸਾਹਿਬ ਦੇ ਬਚਨ ਪੜੋਗੇ ਤੇ ਫਿਰ ਆਏਗਾ ਤੁਰਕ ਤਰੀਕਤ ਜਾਣੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ ਕਛੁਕ ਪੜੀਏ। ਫਿਰ ਇਹਦਾ ਕਾਰਨ ਕੀ ਹੈ? ਬਈ ਪੜ ਕੇ ਖੌਮੇ ਨਾ ਹੋਏ, ਇਹੋ ਜੀ ਪੜ੍ਹਾਈ ਨਹੀਂ ਚਾਹੀਦੀ, ਇਹੋ ਜਿਹਾ ਇਲਮ ਨਹੀਂ ਚਾਹੀਦਾ। ਜਿਸ ਇਲਮ ਦੇ ਨਾਲ ਅਹੰਕਾਰ ਵੱਧ ਜਾਏ ਤੇ ਉਹਦਾ ਕਾਰਨ ਕੀ, ਉਹਦਾ ਫਾਇਦਾ ਕੀ? ਫਰਜ਼ ਕਰੋ ਵੀ ਮੇਰੇ ਵਰਗਾ ਬੰਦਾ ਨਾਮ ਜਪੇ ਸਿਮਰਨ ਕਰੇ ਸੇਵਾ ਕਰੇ ਤੇ ਸੇਵਾ ਕਰਕੇ ਅਹੰਕਾਰ ਕਰ ਲਿਆ। ਤੁਸੀਂ ਸ਼ਲੋਕ ਪੜ੍ਹਦੇ ਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ, ਕਹਿਣ ਲੱਗੇ ਹਾਥੀ ਨੇ ਕੀਤਾ ਇਸ਼ਨਾਨ, ਇਸ਼ਨਾਨ ਤੋਂ ਬਾਅਦ ਮਿੱਟੀ ਪਾ ਲਈ ਆਪਣੇ ਪਿੰਡੇ ਉੱਤੇ, ਫਾਇਦਾ ਕੀ ਹੋਇਆ? ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ। ਕਰਮ ਤਾਂ ਚੰਗੇ ਸੀ, ਬਹੁਤ ਚੰਗੇ ਸੀ, ਪਰ ਕਹਿਣ ਲੱਗੇ ਉਹਨੇ ਗੁਮਾਨ ਕਰ ਲਿਆ, ਖੌਮੇ ਦੀ ਮਿੱਟੀ ਆਪਣੇ ਪਿੰਡੇ ਦੇ ਉੱਤੇ ਪਾ ਲਈ। ਤੇ ਕਾਰਨ ਕੀ ਹੋਇਆ? ਵੀ ਤੀਰਥ ਬਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਹੀਂ ਭਲ ਜਾਤ ਤੇ ਜਿਉ ਕੁੰਚਾ। ਇਸ਼ਨਾਨੇ ਦਾ ਫਾਇਦਾ ਕੀ ਹੋਇਆ? ਹੁਣ ਬਾਬਾ ਕਬੀਰ ਸਾਹਿਬ ਨੇ, ਮੈਂ ਫਿਰ ਇੱਕ ਬੇਨਤੀ ਕਰਾਂ, ਆ ਸ਼ਲੋਕ ਗੁਰੂ ਅਰਜਨ ਦੇਵ ਜੀ ਦਾ ਪੜ੍ਹਨਾ ਇਹਦੇ ਵਿੱਚ ਹੀ ਸਪਸ਼ਟ ਹੋ ਜਾਣਾ। ਕਾਰਨ ਨਾ ਕਹੋ, ਇਹ ਨਹੀਂ ਆਪਾਂ ਨੂੰ ਕਹਿਣਾ ਚਾਹੀਦਾ ਵੀ ਕੋਈ ਸੰਤ ਸੰਸਾਰ ਦੇ ਵਿੱਚ ਹੈ ਹੀ ਨਹੀਂ। ਮੈਂ ਤੇ ਸ਼ਬਦ ਪੜ੍ਹ ਰਿਹਾ ਸੀ ਅੱਜ ਇਤਿਹਾਸ ਵਿੱਚ, ਆ ਤੁਸੀਂ ਪੜ੍ਹਦੇ ਹੋ ਸ਼ਬਦ ਸੰਤ ਸਿਪਾਹੀ, ਇਤਿਹਾਸ ਦਾ ਸ਼ਬਦ ਹੈ ਨਾ, ਬੜਾ ਪਿਆਰਾ ਹੈ ਨਾ। ਔਰ ਹਰ ਇੱਕ ਆਪਾਂ ਜਾਣਦੇ ਹਾਂ ਪਹਿਲਾਂ ਸਿੱਖ ਸੰਤ ਹੈ ਤੇ ਬਾਅਦ ਵਿੱਚ ਸਿਪਾਹੀ ਹੈ। ਔਰ ਇਹਨੂੰ ਨਿਖੇੜ ਦਿਆਂਗੇ ਜੇ ਆਪਾਂ ਇਹਨੂੰ ਇਉਂ ਕਹਿ ਦਈਏ ਇਹ ਜੀ ਨਹੀਂ ਸੰਤ ਸਿਪਾਹੀ ਸ਼ਬਦ ਜਿਹੜਾ ਵੱਖਰਾ ਹੈ ਜਾਂ ਇਹਨੂੰ ਕੱਟ ਤੋੜ ਦਈਏ, ਨਹੀਂ ਹੋ ਸਕਦਾ। ਇਹ ਇਤਿਹਾਸ ਦਾ ਸ਼ਬਦ ਹੈ, ਬੜਾ ਪਿਆਰਾ ਹੈ, ਔਰ ਮਾਲਕ ਨੇ ਸਾਨੂੰ ਸੰਤ ਸਿਪਾਹੀ ਬਣਾਇਆ ਹੈ। ਅੱਜ ਜ਼ਫਰਨਾਮੇ ਨੂੰ ਪੜ੍ਹ ਕੇ ਵੇਖਣਾ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਜ਼ਫਰਨਾਮਾ ਲਿਖ